सब तो पहला तो सब सत श्री अकाल। स्वागत है जी तुहाडा साडे चैनल के उत्ते। आपां जी पंजाब जीके दे 8 लैक्चर पढ़ चुके हैं जी। अज आपां 9वां लैक्चर अपना शुरू करना जी। मैं तुहानूं जी कल वाली वीडियो के लास्ट में दस्सिया सीगा जी कि 1849 दे विच जी जो पंजाब सीगा उसनूं बरतानवी सरकार ने आपदे कब्जे विच ले लिया सी जी। कब्जे विच लैण तो बाद जी जो बरतानवी सरकार सीगी जी, बरतानवी सरकार सिखां दे धर्म बदलवाउण लग गई सी जी। उन्होंने ईसाई धर्म के वल प्रेरित करन लग गई सी। ठीक है। तो 1849 तो बाद जी पंजाब दे विच जी कुछ लहरां बाहरों आईयां। ठीक है। तो कुछ लहरां विचों ही उठियां जी। ठीक है। जे मुख लहर की गल करा जी तो ब्रह्मो समाज सीगा जी। इसकी स्थापना किहने की सी जी? राजा राम मोहन राय ने जी। ये बंगाल की सी जी लहर। तो अपने पंजाब दे विच जी ये कदों इसकी पहली इकाई खुली यानी कि शाखा कदों खुली जी अपने पंजाब दे विच? तो वह खुली सी जी 1864 विच पहली शाखा खुली है जी, ਜਾਂ ਤੁਸੀਂ इकाई बोल सकते जी। कित्थे खुले जी? लाहौर विखे। उस तो बाद जी एक लहर सीगी जी आर्य समाज की। इसकी स्थापना किहने की सी? ਇਹਦੀ ਕੀਤੀ ਸੀਗੀ जी दयानंद सरस्वती जी ने जी। कदों होई कीती जी दी खोज? नहीं, ਇਹਦੀ आई सी जी अपने ब्रह्मो की जी 1828 ਦੇ ਵਿੱਚ खोज की ਤੇ आर्य समाज की ਕੀਤੀ ਸੀ जी 1875 ਦੇ ਵਿੱਚ। ਤੇ ਇਸੇ ਸਾਲ ਹੀ ਜੀ 1875 ਈਸਵੀ ਦੇ ਵਿੱਚ ਹੀ ਜੀ ਪਹਿਲੀ ਸ਼ਾਖਾ ਖੋਲਤੀ ਸੀ ਕਿੱਥੇ ਜੀ? ਲਾਹੌਰ ਦੇ ਵਿੱਚ ਜੀ। ਤਾਂ ਇਦਾਂ ਹੀ ਕਰਕੇ ਜੀ ਹੋਰ ਸ਼ਾਖਾਵਾਂ ਵੀ ਸੀਗਾ, ਹੋਰ ਵੀ ਆਪਣੇ ਲਹਿਰਾਂ ਸੀਗੀਆਂ ਜੀ। ਇਹ ਵੀ ਇੱਕ ਲਹਿਰਾਂ ਹੀ ਸੀਗੀਆਂ ਜੀ ਜੋ ਕਿ ਬਰਤਾਨਵੀ ਸਰਕਾਰ ਤੋਂ ਆਪਣੇ ਜੋ ਵੀ ਧਰਮ ਸੀ ਜੀ, ਹਿੰਦੂ ਧਰਮ ਸੀਗਾ ਜੀ ਜਾਂ ਸਿੱਖ ਧਰਮ ਸੀਗਾ, ਉਹਨਾਂ ਨੂੰ ਬਚਾਉਣ ਲਈ ਸੀਗਾ ਜੀ। ਇਹ ਮੋਸਟਲੀ ਇਹਨਾਂ ਨੇ ਹਿੰਦੂਆਂ ਲਈ ਕੰਮ ਕੀਤਾ ਸੀਗਾ ਜੀ। ਉਸ ਤੋਂ ਬਾਅਦ ਆਈ ਸੀਗੀ ਜੀ ਨਿਰੰਕਾਰੀ ਲਹਿਰ। ਇੱਕ ਸੀਗੀ ਜੀ ਰਾਧਾ ਸੁਆਮੀ ਲਹਿਰ। ਉਸ ਤੋਂ ਬਾਅਦ ਸੀਗੀ ਜੀ ਨਾਮਧਾਰੀ ਲਹਿਰ। ਇੱਕ ਸੀਗੀ ਜੀ ਸਿੰਘ ਸਭਾ। ਇੱਕ ਉਸ ਤੋਂ ਬਾਅਦ ਸੀਗੀ ਜੀ ਅਕਾਲੀ ਲਹਿਰ। ਇੱਕ ਸੀਗੀ ਜੀ ਬੱਬਰ ਅਕਾਲੀ ਲਹਿਰ। ठीक है। तो इन्होंने सारिया लहरों बारे आप पढ़ना है जी। ठीक है जी। तो आप सब तो पहले निरंकारी लहर तो शुरू करते हैं कि निरंकारी लहर के संस्थापक कौन होया जी, कदों इसकी स्थापना हुई सी जी, तो किमें किमें इन्होंने काम किए है। ठीक है जी। तुम लिखना चाहो तो लिख सकते हो एक बार। तो आप कर लिया जी 1849 तो बाद जो भी लहर उठिया ने अपने जी। सब तो पहली जो लहर है जी आप पढ़ांगे निरंकारी लहर। ठीक है जी। ब्रह्मो समाज आप तुहानूं पढ़ाता जी। ये क्वेश्चन पूछा जाता है पंजाब जीके के अंडर आ जाते हैं दोवें दोवें, क्योंकि इन्होंने आ चीज़ आएगी जी तुहानूं कि जो ब्रह्म समाज की जी पहली शाखा सीगी पंजाब दे विच कदों खुली ते कित्थे खुली है जी? उस तरह जी आर्या समाज की दयानंद जी ਤੇ जो आर्य समाज ਸੀਗਾ ਜੀ ਇਹਦੀ जो पहली शाखा ਸੀਗੀ ਜਾਂ ਇਕਾਈ ਸੀਗੀ ਉਹ ਕਦੋਂ ਖੁੱਲੀ ਪੰਜਾਬ ਦੇ ਵਿੱਚ ਜੀ? ਇਹਦੇ ਨਾਲ ਰਿਲੇਟਡ ਕੁਐਸਚਨ ਆਉਂਦੇ ਹੁੰਦੇ ਜੀ। ਇਹ ਤਾਈਓ ਤੁਹਾਨੂੰ ਦੋ ਲਿਖਵਾਏ ਨੇ ਜੀ। ਠੀਕ ਹੈ। ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਜੀ ਆਪਣੀ ਨਿਰੰਕਾਰੀ ਲਹਿਰ ਬਾਰੇ ਜੀ।
ਇਹਦੀ ਸਥਾਪਨਾ ਹੋਈ ਹੈ ਜੀ 1851 ਦੇ ਵਿੱਚ। ਤੇ ਸਥਾਪਨਾ ਕੀਤੀ ਕਿਹੜੇ ਨੇ ਸੀਗੇ ਜੀ? ਬਾਬਾ ਦਿਆਲ ਸਿੰਘ, ਜੋ ਕਿ ਪਿਸ਼ਾਵਰ ਤੋਂ ਸੀ ਜੀ। ਤੇ ਜੀ ਕਰੋੜਪਤੀ ਬੰਦੇ ਸੀ ਇਹ ਜੀ, ਠੀਕ ਹੈ। ਇਹਨਾਂ ਨੇ ਸਥਾਪਨਾ ਕੀਤੀ ਜੀ ਨਿਰੰਕਾਰੀ ਲਹਿਰ ਦੀ। ਜਦੋਂ 1849 ਤੋਂ ਬਾਅਦ ਜੀ ਜੋ ਕਈ ਸਿੱਖ ਨੇ ਜੀ ਈਸਾਈ ਧਰਮ ਵੱਲ ਝੁਕੀ ਜਾ ਰਹੇ ਸੀਗੇ ਜੀ, ਤਾਂ ਉਹਨਾਂ ਨੂੰ ਇਹਨਾਂ ਨੇ ਜੀ ਜੋ ਨਿਰੰਕਾਰ ਕੰਨੀ ਇਹਨਾਂ ਨੇ ਵਿਸ਼ਵਾਸ ਦਿਵਾਇਆ, ਠੀਕ ਹੈ ਜੀ, ਲੋਕਾਂ ਨੂੰ। ਤੇ ਸਿੱਖਾਂ ਨੂੰ ਕਿਹਾ ਵੀ ਜੋ ਨਿਰੰਕਾਰ ਹੈ ਇਹ ਆਪਣਾ ਹੈਗਾ ਗਾ, ਆਪਾਂ ਇਹਨਾਂ ਨੂੰ ਨਹੀਂ ਛੱਡਣਾ ਹੈਗਾ ਗਾ, ਆਪਾਂ ਈਸਾਈਆਂ ਵੱਲ ਨਹੀਂ ਜਾਣਾ, ਆਪਣਾ ਧਰਮ ਸਿੱਖੀ, ਆਪਾਂ ਸਿੱਖੀ ਵਿੱਚ ਹੀ ਰਹਿਣਾ ਹੈ। ਤਾਂ ਇਹਨਾਂ ਨੇ ਜ਼ਿਆਦਾ ਜ਼ੋਰ ਜੀ ਨਿਰੰਕਾਰ ਉੱਤੇ ਦਿੱਤਾ ਸੀਗਾ ਜੀ, ਠੀਕ ਹੈ। ਤਾਂ ਨਿਰੰਕਾਰ ਉੱਤੇ ਜ਼ੋਰ ਦੇਣ ਕਰਕੇ ਇਹਨਾਂ ਦੀ ਜੋ ਲਹਿਰ ਸੀਗਾ ਜੀ ਇਹਦਾ ਨਾਮ ਨਿਰੰਕਾਰੀ ਲਹਿਰ ਪੈ ਗਿਆ ਸੀਗਾ ਜੀ। ਉਸ ਤੋਂ ਬਾਅਦ ਜੀ ਕੀ ਸੀਗਾ, ਬਾਬਾ ਦਿਆਲ ਨੇ 1851 ਦੇ ਵਿੱਚ ਇਹਦੀ ਸਥਾਪਨਾ ਕੀਤੀ ਹੈ ਜੀ, ਤੇ ਸੰਸਥਾਪਕ ਬਣ ਗਏ ਜੀ ਖੁਦ ਬਾਬਾ ਦਿਆਲ ਸਿੰਘ ਜੀ ਸੀਗੇ। ਇਹਨਾਂ ਨੇ ਜੋ ਪਹਿਲਾਂ ਇਹਦੀ ਸਥਾਪਨਾ ਕਿੱਥੇ ਕੀਤੀ ਸੀਗੀ? ਇਹਦੀ ਸਥਾਪਨਾ ਕੀਤੀ ਸੀਗੀ ਰਾਵਲਪਿੰਡੀ ਲੇਈ ਨਦੀ ਦੇ ਕਿਨਾਰੇ ਜੀ। ਲੇਈ ਨਦੀ ਦੇ ਕੰਢੇ, ਠੀਕ ਹੈ। ਇਹਨਾਂ ਦਾ ਜੀ ਜੋ ਸ਼ਬਦ ਸੀਗਾ ਜੀ ਮੇਨ ਜੋ ਕਥਨ ਸੀਗਾ, ਇਹ ਜ਼ਿਆਦਾਤਰ ਕਹਿੰਦੇ ਸੀਗੇ ਜੀ ਕਿ ਧੰਨ ਨਿਰੰਕਾਰ ਦੇ ਧਾਰੀ ਸਭ ਸਵਾ ਜਵਾਰ। ਧੰਨ ਨਿਰੰਕਾਰ ਦਾ ਇੱਥੇ ਮਤਲਬ ਕੀ ਸੀਗਾ ਕਿ ਰੱਬ ਦੇ ਨਾਂ ਦੀ ਉਸਤਤ ਕੀਤੀ ਗਈ ਸੀ, ਰੱਬ ਦਾ ਨਾਂ ਹੈਗਾ ਜੀ। ਤੇ ਦੇਹਧਾਰੀ ਸਭਾ ਜਵਾਰ ਦਾ ਇਹਨਾਂ ਨੇ ਕਿਹਾ ਸੀਗਾ ਕਿ ਦੇਹਧਾਰੀ ਮਨੁੱਖਾਂ ਦੀ ਪੂਜਾ ਕਰਨੀ ਕੋਈ ਵੀ ਲਾਭਦਾਇਕ ਨਹੀਂ ਹੈਗੀ ਜੀ ਆਪਾਂ ਨੂੰ, ਇਹਨਾਂ ਦਾ ਮਤਲਬ ਸੀਗਾ ਜੀ। ਉਸ ਤੋਂ ਬਾਅਦ ਜੀ ਬਾਬਾ ਦਿਆਲ ਸਿੰਘ ਜੀ ਤੋਂ ਬਾਅਦ ਜੋ ਇਹਨਾਂ ਦਾ ਉੱਤਰਾਧਿਕਾਰੀ ਹੋਇਆ ਜੀ, ਉੱਤਰਾਧਿਕਾਰੀ ਦੇਖ ਲਓ ਜੀ ਕਿਹੜੇ ਕਿਹੜੇ ਹੋਏ ਸੀ ਇਹਨਾਂ ਦੇ। ਉਸ ਤੋਂ ਬਾਅਦ ਇਹਨਾਂ ਦਾ ਬੇਟਾ ਸੀਗਾ ਜੀ ਦਰਬਾਰਾ ਸਿੰਘ, ਉਹ ਗੱਦੀ ਤੇ ਬੈਠੇ ਜੀ। ਰਤਨ ਸਿੰਘ ਜੀ ਜੋ ਦਰਬਾਰਾ ਸਿੰਘ ਦਾ ਭਰਾ ਸੀਗਾ। ਉਸ ਤੋਂ ਬਾਅਦ ਜੀ ਰਤਨ ਸਿੰਘ ਦਾ ਬੇਟਾ ਗੁਰਦਿੱਤ ਸਿੰਘ ਜੀ ਉੱਤਰਾਧਿਕਾਰੀ ਬਣਿਆ। ਤੇ ਉਸ ਤੋਂ ਬਾਅਦ ਜੀ ਲਾਸਟ ਹਾਰਾ ਸਿੰਘ ਬਣਿਆ ਜੀ। ਤਾਂ ਇਹ ਇਹਨਾਂ ਦੇ ਉੱਤਰਾਧਿਕਾਰੀ ਹੋਇਆ ਜੀ। 1947 ਤੋਂ ਬਾਅਦ ਜੀ ਜਦੋਂ ਕਿ ਦੇਸ਼ ਦੀ ਵੰਡ ਹੋਈ ਹੈ ਜੀ, ਰਾਵਲਪਿੰਡੀ ਸੀ ਜੀ ਜੋ ਰਾਵਲਪਿੰਡੀ ਚਲਾ ਗਿਆ ਜੀ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਜਾਣ ਤੋਂ ਬਾਅਦ ਜੀ ਤਾਂ ਜੋ ਇਹਦਾ ਹੈੱਡਕੁਆਟਰ ਸੀਗਾ ਜੀ ਉਹ ਲਿਆਂਦਾ ਜੀ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਹੁਣ ਇਹ ਜੋ ਨਿਰੰਕਾਰੀ ਲਹਿਰ ਸੀ ਇਹਦਾ ਕਹਿਣਾ ਕੀ ਸੀਗਾ ਜੀ, ਇਹ ਖੁਦ ਨੂੰ ਜੀ ਸਿੱਖ ਹੀ ਕਹਾਉਂਦੇ ਸੀ ਆਪਣੇ ਆਪ ਨੂੰ ਜੀ। ਇਹਨਾਂ ਨੇ ਕੋਈ ਹੋਰ ਨਾਮ ਯੂਜ ਨਹੀਂ ਕੀਤਾ ਜੀ, ਠੀਕ ਹੈ ਜੀ। ਇਹਨਾਂ ਨੇ ਕੋਈ ਅਲੱਗ ਨਾਮ ਯੂਜ ਨਹੀਂ ਕੀਤਾ, ਇਹਨਾਂ ਨੇ ਖੁਦ ਲਈ ਇੱਕ ਸਿੱਖ ਦਾ ਹੀ ਨਾਮ ਯੂਜ ਕੀਤਾ ਜੀ। ਉਸ ਤੋਂ ਬਾਅਦ ਕੀ ਸੀਗਾ ਜੀ, ਜੋ ਸਿੱਖ ਆਪਣੇ ਕਹਿੰਦੇ ਨੇ ਕਿ ਸਾਡਾ ਅੰਤਿਮ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਗਾ, ਤਾਂ ਨਿਰੰਕਾਰੀ ਲਹਿਰ ਨੇ ਆਖਿਆ ਗਾ ਵੀ ਅਸੀਂ ਅੰਤਿਮ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ ਨੇ, ਪਰ ਉਸ ਦੇ ਨਾਲ ਨਾਲ ਇੱਕ ਅਧਿਆਪਕ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਹੜਾ ਕਿ ਸਾਨੂੰ ਉਹਦੇ ਬਾਰੇ ਦੱਸੇ, ਉਹਦੇ ਬਾਰੇ ਸਾਨੂੰ ਪੜ੍ਹਾਵੇ, ਠੀਕ ਹੈ ਜੀ। ਇਹਨਾਂ ਦਾ ਇਹ ਕਥਨ ਹੈ। ਉਸ ਤੋਂ ਬਾਅਦ ਜੀ ਇਹ ਅਰਦਾਸ ਕਰਦੇ ਸਮੇਂ ਜੀ ਅਰਦਾਸ ਕਰਦੇ ਸਮੇਂ ਭਗਵਤੀ ਜੀ ਨੂੰ ਸੰਬੋਧਿਤ ਨਾ ਕਰਕੇ ਨਿਰੰਕਾਰੀ ਦਾ ਨਾਮ ਲੈਂਦੇ ਜੀ। ਠੀਕ ਹੈ। ਤੇ ਇੱਕ ਇਹਨਾਂ ਦਾ ਸੀਗਾ ਜੀ
ਕਿ ਹਥਿਆਰਬੰਦ ਸਿੱਖਾਂ ਦਾ ਵਿਰੋਧ ਕਰਦੇ ਸੀ ਜੀ। ਠੀਕ ਹੈ, ਤੇ ਇਹਨਾਂ ਨੇ ਜੀ ਦਹੇਜ ਪ੍ਰਥਾ ਦਾ ਵੀ ਵਿਰੋਧ ਕੀਤਾ ਹੈ ਜੀ। ਤਾਂ ਜਾਣੀ ਕਿ ਇਸ ਲਹਿਰ ਨੇ ਜੀ ਸਿੱਖਾਂ ਦੇ ਉਤਥਾਨ ਲਈ ਜੀ, ਠੀਕ ਹੈ ਜੀ, ਬਹੁਤ ਵਧੀਆ ਕੰਮ ਕੀਤੇ ਨੇ ਜੀ। ਇਹਦੀ ਇੱਕ ਤਾਂ ਸਥਾਪਨਾ ਯਾਦ ਰੱਖਿਓ ਜੀ, ਤੇ ਸੰਸਥਾਪਕ ਕੌਣ ਸੀ ਇਹਨਾਂ ਦੇ ਜੀ, ਤੇ ਕਿੱਥੇ ਇਹਨਾਂ ਦੀ ਇਕਾਈ ਬਣਾਈ ਸੀ ਇਹਨਾਂ ਨੇ ਪਹਿਲੀ ਜੀ, ਹੈੱਡਕੁਆਟਰ ਇਹਨਾਂ ਦਾ ਪਹਿਲਾਂ ਕਿੱਥੇ ਸੀ। ਤੇ ਇੱਕ ਜੀ ਭਗਉਤੀ ਜੀ ਨੂੰ ਸੰਬੋਧਿਤ ਨਾ ਕਰਕੇ ਇਹ ਕਿਸ ਦਾ ਨਾਮ ਲੈਂਦੇ ਨੇ ਜੀ। ਤਾਂ ਆਹ ਗੱਲ ਯਾਦ ਰੱਖਣੀ ਜੀ। ਇਹਨਾਂ ਦੇ ਉੱਤਰਾਧਿਕਾਰੀ ਇੰਨੇ ਕੋਈ ਖਾਸ ਨਹੀਂ ਹੈਗੇ ਜੀ, ਜਿਹਨਾਂ 'ਚ ਕੁਐਸਚਨ ਹੁੰਦਾ ਹੈਗਾ ਤਾਂ ਮੋਸਟਲੀ ਇਹਨਾਂ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਜੀ। ਠੀਕ ਹੈ, ਤੁਸੀਂ ਇਹਨਾਂ ਨੂੰ ਲਿਖੋ ਜੀ। ਉਸ ਤੋਂ ਬਾਅਦ ਆਪਣੀ ਜੋ ਅਗਲੀ ਲਹਿਰ ਸੀਗੀ ਜੀ ਉਹਨੂੰ ਆਪਾਂ ਪੜ੍ਹਦੇ ਹਾਂ ਜੀ। ਆਪਾਂ ਜੀ ਜੋ ਨਿਰੰਕਾਰੀ ਲਹਿਰ ਸੀਗੀ ਉਹਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਜੀ। ਨੈਕਸਟ ਆਪਾਂ ਪੜ੍ਹਨੀ ਹੈ ਜੀ ਰਾਧਾ ਸੁਆਮੀ ਲਹਿਰ ਬਾਰੇ ਜੀ। ਸਭ ਤੋਂ ਪਹਿਲਾਂ ਤਾਂ ਇਹਦੀ ਸਥਾਪਨਾ ਕਦੋਂ ਹੋਈ ਹੈ ਜੀ? ਇਹਦੀ ਸਥਾਪਨਾ ਹੋਈ 1861 ਦੇ ਵਿੱਚ। ਤੇ ਇਹਦੇ ਸੰਸਥਾਪਕ ਕੌਣ ਹੋਇਆ ਜੀ? ਉਹ ਸੀਗੇ ਸੇਠ ਸ਼ਿਵ ਦਿਆਲ। ਠੀਕ ਹੈ ਜੀ, ਤੇ ਜੋ ਇਹਦੀ ਪਹਿਲੀ ਇਕਾਈ ਬਣਾਈ ਜੀ ਉਹ ਕਿੱਥੇ ਬਣਾਈ ਸੀਗੀ ਜੀ? ਇਹ ਬਣਾਈ ਸੀਗੀ ਜੀ ਆਗਰਾ ਵਿਖੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਇਹ ਤਿੰਨ ਗੱਲਾਂ ਤੁਸੀਂ ਯਾਦ ਰੱਖਣੀਆਂ ਜੀ। ਜੋ ਸੇਠ ਸ਼ਿਵ ਦਿਆਲ ਸੀਗਾ ਜੀ, ਇਹ ਹਿੰਦੂ ਖਜ਼ਾਨਚੀ ਸੀਗਾ ਇੱਕ ਜੀ, ਜੋ ਆਗਰਾ ਦੇ ਵਿੱਚ ਰਹਿੰਦਾ ਸੀਗਾ। ਤਾਂ ਇਸ ਨੇ ਜੀ ਰਾਧਾ ਸੁਆਮੀ ਲਹਿਰ ਦੀ ਸਥਾਪਨਾ ਕੀਤੀ ਹੈ ਜੀ। ਰਾਧਾ ਸੁਆਮੀ ਲਹਿਰ ਦੇ ਨਾਲ ਜਦੋਂ ਸਥਾਪਨਾ ਕੀਤੀ ਹੈ ਜੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਇਹਨਾਂ ਨੇ ਪੜ੍ਹਿਆ ਜੀ ਤਾਂ ਇਹਨਾਂ ਦੇ ਮਨ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਜੀ। ਤਾਂ ਇਹਨਾਂ ਨੇ ਰਾਧਾ ਸੁਆਮੀ ਲਹਿਰ ਇੱਕ ਬਣਾਈ ਜੀ। ਠੀਕ ਹੈ ਜੀ, ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਜੋ ਹਿੰਦੂ ਧਰਮ ਤੇ ਸਿੱਖ ਧਰਮ ਸੀਗਾ ਜੀ ਉਹਨਾਂ ਦੋਵਾਂ ਦੇ ਤੱਤ ਇਹਦੇ ਵਿੱਚ ਸ਼ਾਮਿਲ ਕੀਤੇ ਹੋਏ ਨੇ ਜੀ ਇਸ ਲਹਿਰ ਦੇ ਵਿੱਚ। ਜਾਣੀ ਕਿ ਦੋਵੇਂ ਧਰਮਾਂ ਦਾ ਮੇਲ ਹੈ ਜੀ ਰਾਧਾ ਸੁਆਮੀ ਲਹਿਰ ਹੈ ਜੋ। ਸੇਠ ਸ਼ਿਵ ਦਿਆਲ ਦੀ 1878 ਦੇ ਵਿੱਚ ਡੈਥ ਹੋ ਗਈ ਸੀ ਜੀ। ਠੀਕ ਹੈ, ਡੈਥ ਹੋਣ ਤੋਂ ਬਾਅਦ ਜੀ ਜੋ ਰਾਧਾ ਸੁਆਮੀ ਲਹਿਰ ਸੀ ਇਹ ਦੋ ਹਿੱਸਿਆਂ ਵਿੱਚ ਵੰਡੀ ਗਈ। ਇੱਕ ਤਾਂ ਆਗਰਾ ਦੇ ਵਿੱਚ ਹੀ ਰਹਿ ਗਈ ਜੀ, ਦੂਸਰੀ ਆ ਗਈ ਜੀ ਬਿਆਸ ਦਰਿਆ ਦੇ ਕੰਢੇ ਦੇ ਉੱਤੇ। ਠੀਕ ਹੈ, ਤਾਂ ਜਿਹਨੂੰ ਕੌਣ ਲੈ ਕੇ ਆਇਆ ਸੀਗਾ ਜੀ? ਇਹਨਾਂ ਦਾ ਚੇਲਾ ਸੀਗਾ ਜੀ ਜੈਮਲ ਸਿੰਘ, ਉਹ ਲੈ ਕੇ ਆਇਆ ਸੀਗਾ ਜੀ। ਤਾਂ ਆਪਾਂ ਲਿਖਦੇ ਹਾਂ ਜੀ 1878 ਵਿੱਚ ਸੇਠ ਸ਼ਿਵ ਦਿਆਲ ਦੀ ਮੌਤ ਤੋਂ ਬਾਅਦ ਜੈਮਲ ਸਿੰਘ ਤੋਂ ਬਾਅਦ ਇਹ ਦੋ ਹਿੱਸਿਆਂ ਵਿੱਚ ਵੰਡੀ ਗਈ। ਤਾਂ ਆਪਾਂ ਲਿਖਾਂਗੇ ਜੀ ਜੈਮਲ ਇਸ ਦੀ ਇੱਕ ਇਕਾਈ, ਜੈਮਲ ਇਸ ਨੂੰ ਬਿਆਸ ਦਰਿਆ ਦੇ ਕੰਢੇ ਤੇ ਲਿਆ ਕੇ ਸਥਾਪਿਤ ਕਰ ਦਿੱਤਾ ਹੈ। ਤਾਂ ਜੋ ਰਾਧਾ ਸੁਆਮੀ ਲਹਿਰ ਸੀ ਇਹ ਦੋ ਹਿੱਸਿਆਂ ਵਿੱਚ ਟੁੱਟੀ, ਜਿਹਨੂੰ ਕਿ ਇੱਕ ਨੂੰ ਜੈਮਲ ਨੇ ਜੀ ਬਿਆਸ ਦਰਿਆ ਦੇ ਕੰਢੇ ਤੇ ਆ ਕੇ ਸਥਾਪਿਤ ਕਰ ਦਿੱਤਾ ਜੀ। ਜੋ ਬਿਆਸ ਦਰਿਆ ਦੇ ਕੰਢੇ ਤੇ ਸਥਾਪਿਤ ਕੀਤੀ ਸੀਗੀ ਰਾਧਾ ਸੁਆਮੀ ਲਹਿਰ, ਉਹ ਆਗਰਾ ਵਾਲੀ ਨਾਲੋਂ ਜੀ
ਬਿਲਕੁਲ ਸੁਤੰਤਰ ਸੀਗੇ ਜੀ, ਜਾਣੀ ਕਿ ਇਹਨਾਂ ਦਾ ਕੋਈ ਇਹਦੇ ਤੇ ਹੱਕ ਨਹੀਂ ਸੀਗਾ ਜੀ ਆਗਰਾ ਵਾਲਿਆਂ ਦਾ। ਠੀਕ ਹੈ ਜੀ, ਇਹ ਆਪਦੀ ਲਾ ਕੇ ਚਲੀ ਗਈ, ਆਪਣੇ ਕੰਮ ਕੀਤਾ ਜੀ ਇਹਨਾਂ ਨੇ। ਉਸ ਤੋਂ ਬਾਅਦ ਜੀ ਕੀ ਸੀਗਾ, ਇਹਨਾਂ ਦੇ ਜੋ ਉੱਤਰਾਧਿਕਾਰੀ ਸੀਗੇ ਜੀ, ਆਪਾਂ ਪਿਛਲੀ ਪੜ੍ਹੀ ਸੀ ਨਿਰੰਕਾਰੀ ਲਹਿਰ ਜੀ, ਉਹਦੇ ਵਿੱਚ ਜੀ ਜੋ ਉਹਨਾਂ ਦੇ ਉੱਤਰਾਧਿਕਾਰੀ ਕੌਣ ਹੋਏ, ਪਹਿਲਾਂ ਤਾਂ ਬਾਬਾ ਦਿਆਲ ਸੀ, ਫਿਰ ਉਹਨਾਂ ਦਾ ਬੇਟਾ ਬਣਿਆ ਜੀ ਦਰਬਾਰਾ ਸਿੰਘ। ਦਰਬਾਰਾ ਸਿੰਘ ਦੀ ਮ੍ਰਿਤੂ ਤੋਂ ਬਾਅਦ ਜੀ ਉਹਨਾਂ ਦਾ ਭਰਾ ਸੀਗਾ ਜੀ, ਠੀਕ ਹੈ, ਉਹ ਬਣਿਆ ਰਤਨ ਸਿੰਘ। ਰਤਨ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਬਣਿਆ ਜੀ, ਉਸ ਤੋਂ ਬਾਅਦ ਉਹਨਾਂ ਦਾ ਅੱਗੇ ਬੇਟਾ ਬਣਿਆ ਜੀ। ਠੀਕ ਹੈ, ਬਟ ਇਹਦੇ ਵਿੱਚ ਕੀ ਸੀਗਾ ਜੀ, ਇਹਦੇ ਵਿੱਚ ਉਹਨਾਂ ਦੇ ਉਹਨਾਂ ਦੇ ਮਤਲਬ ਕਿ ਪੁੱਤਰ ਜਾਂ ਭਰਾ ਨਾ ਬਣ ਕੇ ਜੀ, ਠੀਕ ਹੈ, ਕੀ ਹੋਇਆ ਸੀਗਾ ਜੀ, ਉੱਤਰਾਧਿਕਾਰੀ ਬਣਦੇ ਸੀ ਉਹਨਾਂ ਦੇ ਖਾਸ ਚੇਲੇ ਜੀ। ਠੀਕ ਹੈ, ਤਾਂ ਜਦੋਂ ਜੈਮਲ ਸੀਗਾ ਜੀ, ਜੈਮਲ ਤੋਂ ਬਾਅਦ ਗੱਦੀ ਉੱਤੇ ਕੌਣ ਬੈਠੂਗਾ, ਇਹਨਾਂ ਦਾ ਚੇਲਾ ਬੈਠਾ ਸੀ ਜੀ ਸਾਵਨ ਸਿੰਘ ਗਰੇਵਾਲ ਜੀ। ਠੀਕ ਹੈ, ਉਸ ਤੋਂ ਬਾਅਦ ਬੈਠਾ ਸੀ ਜੀ ਇਹਨਾਂ ਦੇ ਜਗਤ ਸਿੰਘ, ਤੇ ਉਸ ਤੋਂ ਬਾਅਦ ਸੀਗਾ ਜੀ ਚਰਨ ਸਿੰਘ। ਤਾਂ ਇਹਨਾਂ ਦੇ ਉੱਤਰਾਧਿਕਾਰੀ ਇਹਨਾਂ ਦੇ ਚੇਲੇ ਬਣੇ, ਨਾ ਕਿ ਇਹਨਾਂ ਦੇ ਬੇਟਾ ਜਾਂ ਇਹਨਾਂ ਦਾ ਭਰਾ ਜੀ। ਇਹ ਜੋ ਰਾਧਾ ਸਵਾਮੀ ਲਹਿਰ ਸੀ ਜੀ, ਇਹਨਾਂ ਦੀ ਥਿੰਕਿੰਗ ਕੀ ਸੀਗੀ ਜੀ, ਉਹ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਦਾ ਸੀਗਾ ਇਹ ਰੂੜੀਵਾਦੀ ਸਿੱਖੀ ਨੂੰ ਨਹੀਂ ਮੰਨਦੇ ਸੀ ਜੀ। ਇੱਕ ਇਹਨਾਂ ਦੀ ਸੀਗੀ ਜੀ ਕਿ ਇਹਨਾਂ ਦੇ ਧਾਰਮਿਕ ਸਥਾਨਾਂ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨਹੀਂ ਹੁੰਦਾ ਸੀ। ਠੀਕ ਹੈ, ਤੇ ਇੱਕ ਸੀਗੀ ਜੀ ਇਹ ਨਮਸਕਾਰ ਦੀ ਜਗ੍ਹਾ ਰਾਧਾ ਸਵਾਮੀ ਕਹਿੰਦੇ ਹਨ। ਤੇ ਜੋ ਲਾਸਟ ਸੀਗੀ ਜੀ ਗੱਲ ਸੀਗੀ ਜੀ ਇਹ ਕੀਰਤਨ ਨੂੰ ਵੀ ਮਨਾ ਕਰਦੇ ਸੀ। ਤਾਂ ਜੋ ਇਹ ਰਾਧਾ ਸਵਾਮੀ ਲਹਿਰ ਸੀ ਜੀ, ਇਹਨਾਂ ਦੀ ਗੱਲ ਸੀ ਕਿ ਰੂੜੀਵਾਦੀ ਸਿੱਖੀ ਨੂੰ ਨਹੀਂ ਮੰਨਦੇ ਸਿੱਖ ਤਾਂ ਜੀ। ਉਸ ਤੋਂ ਬਾਅਦ ਜੀ ਇਹਨਾਂ ਦਾ ਜੋ ਵੀ ਧਾਰਮਿਕ ਸਥਲ ਹੈ ਜੀ, ਉਹਦੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨਹੀਂ ਹੁੰਦੇ ਸੀਗੇ ਜੀ। ਤੇ ਇਹ ਜੀ ਨਮਸਕਾਰ ਦੀ ਜਗ੍ਹਾ ਦੇ ਉੱਤੇ ਰਾਧਾ ਸਵਾਮੀ ਕਹਿੰਦੇ ਨੇ ਇੱਕ ਦੂਜੇ ਨੂੰ ਜੀ। ਠੀਕ ਹੈ, ਤੇ ਇਹ ਕੀਰਤਨ ਨੂੰ ਵੀ ਨਹੀਂ ਮੰਨਦੇ ਸੀਗੇ ਜੀ, ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਕਿ ਜੋ ਜੀ ਧੁਨੀਆਂ ਹੁੰਦੀਆਂ ਨੇ ਉਹ ਇੱਕ ਸੇਵਕ ਨੂੰ ਜੀ, ਜੋ ਕਿ ਭਗਤੀ ਕਰਦਾ ਹੈਗਾ ਇੱਕ ਭਗਤ ਨੂੰ, ਠੀਕ ਹੈ, ਜੋ ਉਹਦੇ ਅਰਥ ਹੁੰਦੇ ਸ਼ਬਦਾਂ ਦੇ ਉਹਦੇ ਤੋਂ ਵਾਂਝੇ ਰੱਖ ਦਿੰਦਾ ਗਾ, ਉਹਨੂੰ ਸਮਝ ਦੇ ਵਿੱਚ ਨਹੀਂ ਆਉਣ ਦਿੰਦਾ। ਉਹ ਕਹਿੰਦਾ ਵੀ ਜਦੋਂ ਇਹਦੇ ਵਿੱਚ ਧੁਨੀਆਂ ਆ ਜਾਂਦੀਆਂ ਤਾਂ ਇਹ ਇੱਕ ਭਗਤੀ ਨਾ ਰਹਿ ਕੇ ਇੱਕ ਮਨੋਰੰਜਨ ਦਾ ਸਾਧਨ ਬਣ ਜਾਂਦੀ। ਠੀਕ ਹੈ ਜੀ, ਤਾਂ ਇਹ ਗੱਲ ਸੀਗੀ ਜੀ ਆਪਣੀ ਰਾਧਾ ਸਵਾਮੀ ਲਹਿਰ ਦੇ ਬਾਰੇ। ਤਾਂ ਇਹਨੂੰ ਤੁਸੀਂ ਲਿਖ ਲਓ ਜੀ। ਉਸ ਤੋਂ ਬਾਅਦ ਆਪਾਂ ਅਗਲੀ ਜੋ ਲਹਿਰ ਹੈ ਆਪਣੀ ਜੀ ਨਾਮਧਾਰੀ ਲਹਿਰ, ਉਹਦੇ ਬਾਰੇ ਆਪਾਂ ਪੜ੍ਹਦੇ ਹਾਂ ਜੀ। ਆਪਾਂ ਜੀ ਦੋ ਲਹਿਰਾਂ ਪੜ੍ਹ ਚੁੱਕੇ ਹਾਂ ਜੀ, ਤੇ ਆਪਾਂ ਜੀ ਤੀਸਰੀ ਲਹਿਰ ਸੀਗੀ ਜੀ ਜੋ ਨਾਮਧਾਰੀ ਲਹਿਰ, ਇਸ ਬਾਰੇ ਪੜ੍ਹਨਾ ਜੀ। ਜੋ ਨਾਮਧਾਰੀ ਲਹਿਰ ਦੇ ਸੰਸਥਾਪਕ ਸੀਗੇ ਜੀ ਉਹਨਾਂ ਦਾ ਨਾਮ ਸੀ ਜੀ ਬਾਬਾ ਬਾਲਕ ਸਿੰਘ। ਠੀਕ ਹੈ ਜੀ, ਤੇ ਇਹਨਾਂ ਨੇ ਜੀ ਜੋ ਕੇਂਦਰ ਬਣਾਇਆ ਸੀਗਾ ਆਪਦਾ ਜੀ ਉਹ ਸੀਗਾ ਜੀ ਹਾਜ਼ਰੋਂ ਦੇ ਵਿੱਚ, ਜਿੱਥੋਂ ਦੇ ਕੇ ਬਾਬਾ ਬਾਲਕ ਖੁਦ ਸੀਗੇ ਜੀ।
ਜੋ ਬਾਬਾ ਬਾਲਕ ਸੀਗੇ ਜੀ, ਇਹ ਭਗਤ ਜਵਾਹਰ ਮੱਲ ਦੇ ਭਗਤ ਸੀ ਜੀ ਖੁਦ। ਜੋ ਬਾਬਾ ਬਾਲਕ ਸਿੰਘ ਜੀ ਸੀਗੇ ਜੀ, ਇਹ ਸੰਤ ਸੁਭਾਅ ਦੇ ਬੰਦੇ ਸੀਗੇ ਜੀ, ਠੀਕ ਹੈ। ਤਾਂ ਇਹਨਾਂ ਨੇ ਜੋ ਵੀ ਇਹਨਾਂ ਦੇ ਚੇਲੇ ਹੋਏ ਜੀ, ਚੇਲਿਆਂ ਨੂੰ ਇੰਨਾ ਹੀ ਕਿਹਾ ਸੀਗਾ ਕਿ ਤੁਸੀਂ ਦਾਜ ਨਹੀਂ ਮੰਗਣਾ ਹੈਗਾ ਗਾ, ਸ਼ਰਾਬ ਨਹੀਂ ਪੀਣੀ ਹੈਗੀ ਗੀ, ਮੀਟ ਵਗੈਰਾ ਦਾ ਸੇਵਨ ਨਹੀਂ ਕਰਨਾ, ਇੱਕ ਕਿਤੇ ਵੀ ਮੰਗਣਾ ਨਹੀਂ ਹੈਗਾ ਜੀ, ਆਪਾਂ ਭੀਖ ਨਹੀਂ ਮੰਗਣੀ ਹੈਗੀ ਜੀ। ਤਾਂ ਇਦਾਂ ਦੀ ਆਪਣੀਆਂ ਜੋ ਵੀ ਚੇਲੇ ਸੀ ਉਹਨਾਂ ਨੂੰ ਸਿੱਖਿਆਵਾਂ ਦਿੰਦੇ ਸੀਗੇ ਜੀ। ਤੇ ਇਹਨਾਂ ਨੇ ਕਿਹਾ ਸੀਗਾ ਕਿ ਜੋ ਵੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਉਹਨਾਂ ਦੇ ਅਨੁਸਾਰ ਹੀ ਆਪਾਂ ਚੱਲਣਾ ਹੈ, ਠੀਕ ਹੈ। ਤਾਂ ਬਾਬਾ ਬਾਲਕ ਸਿੰਘ ਜੀ ਸੀਗੇ ਜੀ, ਇਹਨਾਂ ਨੇ ਇਹੀ ਕੰਮ ਕੀਤੇ ਜੀ। ਉਸ ਤੋਂ ਬਾਅਦ ਕੀ ਸੀਗਾ ਜੀ, ਜਦੋਂ ਬਾਬਾ ਬਾਲਕ ਸਿੰਘ ਜੀ ਦੀ ਡੈਥ ਹੋਈ ਹੈ ਜੀ, ਡੈਥ ਹੋਣ ਤੋਂ ਬਾਅਦ ਜੀ ਇਹਨਾਂ ਦੇ 3 ਚੇਲੇ ਸੀਗੇ। 3 ਚੇਲਿਆਂ ਵਿੱਚੋਂ ਇੱਕ ਜੋ ਚੇਲਾ ਸੀ ਬਾਬਾ ਰਾਮ ਸਿੰਘ, ਠੀਕ ਹੈ। ਉਹਨਾਂ ਨੇ ਇਹਦਾ ਮੁੱਖ ਕੇਂਦਰ ਹਾਜ਼ਰੋਂ ਤੋਂ ਜੀ, ਉਹਨਾਂ ਦੇ ਖੁਦ ਦੇ ਪਿੰਡ ਜਿੱਥੋਂ ਦੇ ਕਿ ਉਹ ਖੁਦ ਵਸਨੀਕ ਸੀਗੇ, ਜਾਣੀ ਕਿ ਉਹ ਸੀਗੇ ਵਸਨੀਕ ਜੀ ਲੁਧਿਆਣੇ ਦੇ ਵਿੱਚ ਪਿੰਡ ਹੈਗਾ ਭੈਣੀ ਜੀ, ਉੱਥੋਂ ਦੇ ਸੀਗੇ ਉਹ ਜੀ, ਠੀਕ ਹੈ। ਤਾਂ ਉਹਦਾ ਮੁੱਖ ਕੇਂਦਰ ਜੋ ਨਾਮਧਾਰੀ ਲਹਿਰ ਦਾ ਹੀ ਮੁੱਖ ਕੇਂਦਰ ਉੱਥੇ ਹੀ ਬਣਾਤਾ ਸੀਗਾ ਉਹਨਾਂ ਨੇ, ਠੀਕ ਹੈ। ਬਾਬਾ ਰਾਮ ਸਿੰਘ ਜੀ ਨੇ ਵੀ ਸੇਮ ਇਹਨਾਂ ਦੇ ਹੀ ਨਕਸ਼ੇ ਕਦਮਾਂ ਉੱਤੇ ਚੱਲੇ ਸੀਗੇ ਜੀ। ਜੋ ਬਾਬਾ ਰਾਮ ਸਿੰਘ ਜੀ ਸੀਗੇ ਜੀ, ਉਹਨਾਂ ਬਾਰੇ ਗੱਲ ਹੈ ਕਿ ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਜੀ ਸੈਨਿਕ ਸੀਗੇ ਪਹਿਲਾਂ। ਉਹਨਾਂ ਨੇ ਜਦੋਂ ਬਾਬਾ ਬਾਲਕ ਨਾਥ ਜੀ ਦੇ ਬਾਰੇ ਸੁਣਿਆ ਜੀ, ਜਦੋਂ ਇਹਨਾਂ ਕੋਲੇ ਗਏ ਤੇ ਜਦੋਂ ਇਹਨਾਂ ਨੇ ਸਿੱਖਿਆਵਾਂ ਸੁਣੀਆਂ ਤਾਂ ਉਹਨਾਂ ਦਾ ਹੀ ਮਨ ਪਰਿਵਰਤਿਤ ਹੋ ਗਿਆ ਸੀਗਾ। ਤੇ ਉਹ ਇੱਥੇ ਉਹਨਾਂ ਨੇ ਮਤਲਬ ਕਿ ਨਾਮਧਾਰੀ ਲਹਿਰ ਨੂੰ ਮੰਨਣ ਲੱਗ ਗਏ ਸੀ ਜੀ, ਠੀਕ ਹੈ ਜੀ। ਤਾਂ 1857 ਦੇ ਵਿੱਚ ਜੀ ਬਾਬਾ ਰਾਮ ਸਿੰਘ ਬਾਬਾ ਰਾਮ ਸਿੰਘ ਨੇ ਨਾਮਧਾਰੀ ਲਹਿਰ ਦਾ ਮੁੱਖ ਕੇਂਦਰ ਆਪਣੇ ਪਿੰਡ ਭੈਣੀ ਜੋ ਕਿ ਲੁਧਿਆਣਾ ਦੇ ਨੇੜੇ ਹੈ ਜੀ ਵਿਖੇ ਤਬਦੀਲ ਕਰਤਾ ਸੀਗਾ ਜੀ। ਆਹ ਕੁਐਸਚਨ SI ਦੇ ਵਿੱਚ ਆਇਆ ਹੋਇਆ ਜੀ ਕਿ ਬਾਬਾ ਰਾਮ ਸਿੰਘ ਜੀ ਕਿੱਥੋਂ ਦੇ ਨਿਵਾਸੀ ਸੀਗੇ, ਜਿਨ੍ਹਾਂ ਨੇ ਕਿ 1857 ਦੇ ਵਿੱਚ ਜੋ ਨਾਮਧਾਰੀ ਲਹਿਰ ਦਾ ਕੇਂਦਰ ਸੀਗਾ ਇਹਨੂੰ ਤਬਦੀਲ ਕੀਤਾ ਸੀਗਾ ਜੀ। ਤਾਂ ਇਹ ਪਿੰਡ ਭੈਣੀ ਦੇ ਸੀਗੇ ਜੀ, ਠੀਕ ਹੈ। ਤਾਂ ਇਸ ਜੋ ਬਾਬਾ ਰਾਮ ਸਿੰਘ ਜੀ ਸੀਗੇ ਜੀ, ਇਹਨਾਂ ਨੇ ਵੀ ਸੇਮ ਇਹਨਾਂ ਵਾਂਗੂ ਹੀ ਕੰਮ ਕੀਤਾ ਜੀ। ਇਹਨਾਂ ਨੇ ਆਪਦਾ ਹੀ ਚੰਗਾ ਜੀਵਨ ਜਿਉਣ ਲਈ ਉਪਦੇਸ਼ ਦਿੱਤੇ ਜੀ, ਠੀਕ ਹੈ। ਆਪਾਂ ਨੂੰ ਕਿੱਦਾਂ ਰਹਿਣਾ ਚਾਹੀਦਾ ਜੀ, ਰਾਜਨੀਤੀ ਦੇ ਖਿਲਾਫ ਆਪਾਂ ਨੂੰ ਕਿੱਦਾਂ ਦੇ ਕਦਮ ਚੱਕਣੇ ਚਾਹੀਦੇ ਨੇ, ਜਾਂ ਆਪਣੇ ਜੇ ਸਮਾਜਿਕ ਤੌਰ ਉੱਤੇ ਆਪਾਂ ਲਾਈਏ ਤਾਂ ਜੀ ਆਪਾਂ ਕਿੱਦਾਂ ਦੇ ਕਦਮ ਚੱਕਣੇ ਜੀ। ਤਾਂ ਇਹਨਾਂ ਦੀਆਂ ਸਿੱਖਿਆਵਾਂ ਦਿੱਤੀਆਂ ਜੀ ਇਹਨਾਂ ਨੇ ਬਹੁਤ, ਠੀਕ ਹੈ। ਉਸ ਤੋਂ ਬਾਅਦ ਜੀ ਕੀ ਹੋਇਆ, ਜੋ ਇਹਨਾਂ ਦੀ ਥਿੰਕਿੰਗ ਕੀ ਸੀਗੀ ਜੀ, ਇੱਕ ਸਭ ਤੋਂ ਵਧੀਆ ਕੁਐਸਚਨ ਜਿਹੜਾ SI ਦੇ ਵਿੱਚ ਪੁੱਛਿਆ ਗਿਆ ਸੀ 2021 ਦੇ ਵਿੱਚ ਕਿ ਇਹ ਲਹਿਰ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਕਿਰਪਾਨ ਤੋਂ ਇਲਾਵਾ 5 ਕਕਾਰ ਪਾਉਣ ਲਈ ਕਹਿੰਦੇ ਆ ਜੀ। ਤਾਂ ਜੋ ਬਾਬਾ ਰਾਮ ਸੀਗਾ ਜੀ, ਰਾਮ ਸਿੰਘ ਸੀਗੇ, ਇਹ ਆਪਣੀ ਜੀ ਗਊ ਦੇ ਬਹੁਤ ਵੱਡੇ ਰੱਖਿਅਕ ਸੀਗੇ ਜੀ। ਤਾਂ ਇਹਨਾਂ ਨੇ ਜੀ 1870 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੀ ਇੱਕ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਜੀ, ਤੇ ਉੱਥੇ ਹਿੰਸਾ ਹੋ ਗਈ ਸੀਗੀ, ਜਿਹਦੇ ਵਿੱਚ ਕਿ ਬੁੱਚੜਖਾਨੇ ਦੇ ਜੋ ਜਲਾਦ ਸੀ ਜੀ ਉਹ ਮਾਰੇ ਗਏ ਸੀਗੇ।
ਸੇਮ ਹੀ ਇੱਕ ਜੀ ਘਟਨਾ 1871 ਦੇ ਵਿੱਚ ਹੋਈ ਜੀ। ਉਦੋਂ ਵੀ ਇਹਨਾਂ ਨੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਜੀ, ਜੋ ਕਿ ਲੁਧਿਆਣੇ ਦੇ ਰਾਏਕੋਟ ਦੇ ਵਿੱਚ ਕੀਤਾ ਸੀ 1871 ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਕੀ ਹੋਇਆ 1872 ਦੇ ਵਿੱਚ 11 ਜਨਵਰੀ ਨੂੰ ਜੀ ਲੋਕ ਪਿੰਡ ਭੈਣੀ ਦੇ ਵਿੱਚ ਜੀ ਲੋਹੜੀ ਮਨਾਉਣ ਦੇ ਲਈ ਇਕੱਠੇ ਹੋ ਰਹੇ ਸੀਗੇ ਜੀ, ਵੀ ਅਸੀਂ ਲੋਹੜੀ ਬਣਾਵਾਂਗੇ ਇਸ ਵਾਰੀ। ਤੇ ਜੋ ਬਾਬਾ ਰਾਮ ਸਿੰਘ ਜੀ ਸੀਗੇ, ਇਹਨਾਂ ਨੇ ਜੀ ਕਿਸੇ ਵੀ ਹਿੰਸਾ ਤੋਂ ਇਹਨਾਂ ਨੂੰ ਮਨਾ ਕੀਤਾ ਹੋਇਆ ਸੀਗਾ ਵੀ ਆਪਾਂ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਕਰਨੀ ਹੈਗੀ ਗੀ। ਪਰ ਇਹਨਾਂ ਦੇ ਕੁਝ ਚੇਲੇ ਸੀਗੇ ਜੀ ਜਿਹੜੇ ਕਿ ਇਹਨਾਂ ਦੀ ਗੱਲ ਨੂੰ ਨਾ ਮੰਨੀ ਤੇ ਉਹ ਕਹਿੰਦੇ ਆਪਾਂ ਮਲੇਰਕੋਟਲੇ ਵਿਖੇ ਜੋ ਬੁੱਚੜਖਾਨਾ ਗਾ ਆਪਾਂ ਉਹਦੇ ਉੱਤੇ ਹਮਲਾ ਕਰਾਂਗੇ ਤੇ ਉਹਨਾਂ ਨੂੰ ਸਬਕ ਸਿਖਾਵਾਂਗੇ। ਤਾਂ ਇਹਨਾਂ ਨੇ ਜੀ ਕੀ ਕੀਤਾ, ਜੋ ਇਹਨਾਂ ਚੇਲੇ ਸੀਗੇ ਉਹ ਜੀ ਮਲੇਰਕੋਟਲਾ ਜਾ ਰਹੇ ਸੀਗੇ, ਤਾਂ ਰਸਤੇ ਦੇ ਵਿੱਚ ਜੀ ਉਹਨਾਂ ਨੇ ਇੱਕ ਘਰ ਦੇ ਉੱਤੇ ਹਮਲਾ ਕੀਤਾ ਜੀ, ਜਿਹੜਾ ਕਿ ਅੰਗਰੇਜ਼ ਸਰਕਾਰ ਦੇ ਅੰਡਰ ਆਉਂਦਾ ਸੀਗਾ ਜੀ, ਕਿਉਂਕਿ ਉਹਦੇ ਵਿੱਚ ਹਥਿਆਰ ਸੀ, ਅਸੀਂ ਹਥਿਆਰ ਚੱਕ ਕੇ ਅਸੀਂ ਫੇਰ ਜਾਵਾਂਗੇ। ਜਦੋਂ ਉਹਨਾਂ ਨੇ ਉਹਦੇ ਉੱਤੇ ਹਮਲਾ ਕੀਤਾ ਜੀ, ਤਾਂ ਉੱਥੋਂ ਦੇ ਜੋ ਵੀ ਬੰਦੇ ਸੀ ਉਹਨਾਂ ਨੇ ਇਹਦੇ ਉੱਤੇ ਹਮਲਾ ਕਰਤਾ ਜੀ, ਇਹਨਾਂ ਦੇ ਹੀ ਚੇਲਿਆਂ ਦੇ ਉੱਤੇ। ਤਾਂ ਦੋਵਾਂ ਦੇ ਵਿੱਚ ਜੀ ਝੜਪ ਹੋਈ, ਜਿਹਦੇ ਵਿੱਚੋਂ ਕਿ ਕੁਝ ਬੰਦੇ ਤਾਂ ਉਹਨਾਂ ਦੇ ਮਾਰੇ ਗਏ ਜੀ, ਲਗਭਗ 8 ਬੰਦੇ ਉਹਨਾਂ ਦੇ ਮਾਰੇ ਗਏ ਸੀਗੇ ਤੇ 7 ਜੀ ਇਹਨਾਂ ਦੇ ਚੇਲੇ ਮਾਰੇ ਗਏ ਸੀਗੇ। ਉਸ ਤੋਂ ਬਾਅਦ ਜੀ ਲੁਧਿਆਣੇ ਦਾ ਜਿਹੜਾ ਕਮਿਸ਼ਨਰ ਸੀਗਾ ਜੀ ਉਹ ਆਇਆ ਉੱਥੇ, ਤੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ, ਨਾ ਕਿਸੇ ਦੀ ਸੁਣਵਾਈ ਕੀਤੀ, ਕਿਉਂਕਿ ਜਿਸ ਉੱਤੇ ਇਹਨਾਂ ਨੇ ਹਮਲਾ ਕੀਤਾ ਸੀਗਾ ਜੀ ਹਥਿਆਰ ਲੈਣ ਲਈ ਉਹ ਉਹਨਾਂ ਦੇ ਬੰਦੇ ਸੀਗੇ। ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਉੱਥੇ ਜੀ 66 ਕੂਕਿਆਂ ਦੇ ਗੋਲੀ ਮਾਰਤੀ ਸੀਗੀ। ਕੂਕੇ ਜਾਣੀ ਕਿ ਜੋ ਨਾਮਧਾਰੀ ਸੀਗੇ ਇਹਨਾਂ ਦੇ ਚੇਲੇ ਸੀਗੇ ਬਾਬਾ ਰਾਮ ਸਿੰਘ ਦੇ, ਇਹਨਾਂ ਨੂੰ ਹੀ ਗੋਲੀ ਮਾਰਤੀ ਜੀ 66 ਬੰਦਿਆਂ ਨੂੰ ਸਿੱਧੋ ਸਿੱਧੀ। ਉਸ ਤੋਂ ਬਾਅਦ ਜੀ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਜੀ ਲੈ ਕੇ ਜਾਈ ਜਾਂਦੇ ਸੀਗੇ ਅੰਬਾਲਾ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਚੱਕ ਦਿੱਤਾ ਸੀਗਾ। ਉਸ ਤੋਂ ਬਾਅਦ ਜੀ ਇਹਨਾਂ ਤੇ ਕਾਰਵਾਈ ਹੋਈ ਜੀ ਬਾਬਾ ਰਾਮ ਸਿੰਘ ਜੀ ਦੇ ਉੱਤੇ। ਬਾਬਾ ਰਾਮ ਦੇ ਉੱਤੇ ਹੀ ਰਾਮ ਸਿੰਘ ਦੇ ਉੱਤੇ ਹੀ ਕਾਰਵਾਈ ਹੋਈ, ਤਾਂ ਕਾਰਵਾਈ ਦੇ ਵਿੱਚ ਜੀ ਇਹਨਾਂ ਨੂੰ ਜੇਲ੍ਹ ਕਰਤੀ। ਤਾਂ ਬਾਬਾ ਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਜੀ। ਤੇ ਰੰਗੂਨ ਭੇਜਤਾ ਸੀਗਾ ਜੀ। ਜਿੱਥੇ ਕਿ 1884 ਨੂੰ ਇਹਨਾਂ ਦੀ ਮੌਤ ਹੋ ਗਈ ਸੀ ਜੀ, ਇਹ ਗੁਜ਼ਰ ਗਏ ਸੀ। ਉਸ ਤੋਂ ਬਾਅਦ ਇਹਨਾਂ ਦੇ ਉੱਤਰਾਧਿਕਾਰੀ ਹੋਏ ਨੇ ਜੀ ਹਰੀ ਸਿੰਘ ਬਣੇ ਜੀ ਇਹਨਾਂ ਦੀ ਡੈਥ ਤੋਂ ਬਾਅਦ ਉੱਤਰਾਧਿਕਾਰੀ, ਜੋ ਕਿ ਇਹਨਾਂ ਦੇ ਬ੍ਰਦਰ ਸੀਗੇ। ਬ੍ਰਦਰ ਤੋਂ ਬਾਅਦ ਜੀ ਇਹਨਾਂ ਦੇ ਫਿਰ ਅੱਗੇ ਪ੍ਰਤਾਪ ਸਿੰਘ ਗੱਦੀ ਤੇ ਬੈਠਾ ਜੀ। ਪ੍ਰਤਾਪ ਸਿੰਘ ਤੋਂ ਬਾਅਦ ਜੀ ਜਗਤ ਸਿੰਘ ਜੀ, ਇਹ ਗੱਦੀ ਤੇ ਬੈਠੇ ਨੇ ਜੀ। ਉਸ ਤੋਂ ਬਾਅਦ ਕੀ ਸੀਗਾ ਜੀ, ਇੱਕ ਸੀਗਾ ਆਪਣੇ ਜੀ ਇਹਨਾਂ ਨੂੰ ਜੀ ਆਪਾਂ ਕੂਕਾ ਲਹਿਰ ਵੀ ਕਹਿੰਦੇ ਜੀ। ਠੀਕ ਹੈ ਜੀ, ਇਹਦਾ ਇੱਕ ਐਕਸਟਰਾ ਨਾਮ ਜੀ ਆਪਣੇ ਕੂਕਾ ਲਹਿਰ ਵੀ ਹੈਗਾ ਜੀ। ਇਹਨੂੰ ਆਪਾਂ ਕੂਕਾ ਲਹਿਰ ਦੇ ਨਾਮ ਨਾਲ ਕਿਉਂ ਜਾਣਦੇ ਜੀ, ਜੋ ਬਾਬਾ ਰਾਮ ਸਿੰਘ ਜੀ ਸੀਗੇ ਜੀ ਇਹ ਭਗਤੀ ਕਰਦੇ ਸੀਗੇ ਤਾਂ ਉੱਚੀ ਉੱਚੀ ਕਰਦੇ ਸੀਗੇ, ਤਾਂ ਇਹਨਾਂ ਦੇ ਚੇਲੇ ਵੀ ਜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਹੀ ਭਗਤੀ ਕਰਦੇ ਸੀਗੇ, ਤਾਂ ਉੱਚੀ ਬੋਲਣ ਕਾਰਨ ਇਹਨਾਂ ਨੂੰ ਕੂਕਾ ਲਹਿਰ ਕਿਹਾ ਗਿਆ ਜੀ। ਠੀਕ ਹੈ, ਕਈ ਵਾਰੀ ਪੇਪਰ ਦੇ ਵਿੱਚ ਜੀ ਨਾਮਧਾਰੀ ਲਹਿਰ ਨਾ ਆ ਕੇ ਕੂਕਾ ਲਹਿਰ ਦਾ ਹੀ ਪੁੱਛ ਲੈਂਦੇ ਸਿੱਧਾ ਸਿੱਧਾ। ਉਸ ਤੋਂ ਬਾਅਦ ਜੀ ਇਹਨਾਂ ਨੇ ਇਹਨਾਂ ਨੇ ਕੁਝ ਰਸਾਲੇ ਵੀ ਕੱਢੇ ਜਿਹਨਾਂ ਨੂੰ ਕੂਕਾ ਰਸਾਲੇ ਬੋਲਦੇ ਆਪਾਂ। ਇਹਨਾਂ ਦੇ ਨਾਮ ਹੈਗੇ ਜੀ ਇਹ ਤਾਂ ਕਿ ਸਤਿਯੁਗ, ਇੱਕ ਸੀਗਾ ਜੀ ਸੱਚ ਦਾ ਸੇਵਕ। ਠੀਕ ਹੈ, ਤੇ ਅੱਜ ਦੇ ਟਾਈਮ ਦੇ ਵਿੱਚ ਜੀ ਜੇ ਆਖੀਏ ਤਾਂ ਕਹਿੰਦਾ ਇਹਨਾਂ ਦੇ ਜੀ 2 ਹੈਗੇ ਨੇ ਮੇਨ ਮੁੱਖ ਕੇਂਦਰ ਹੈ ਜੀ ਜੋ, ਤਾਂ ਇਹਨਾਂ ਦੇ ਇੱਕ ਤਾਂ ਹੈਗਾ ਜੀ ਹਿਸਾਰ ਦੇ ਜੀਵਨ ਨਗਰ ਦੇ ਵਿੱਚ ਹੈ ਜੀ ਇੱਕ ਤਾਂ ਜਿਹਨਾਂ ਦਾ ਕੇਂਦਰ ਹੈ, ਤੇ ਇੱਕ ਜੀ ਲੁਧਿਆਣੇ ਵਿਖੇ ਹੈਗਾ ਜੀ, ਲੁਧਿਆਣੇ ਦੇ ਪਿੰਡ ਭੈਣੀ ਵਿੱਚ ਜੀ।
ठीक है। तो नामधारी लहर बारे इन्ना कई हैगा जी जो आप याद रखना है जी। इन्हां विच जो इंपोर्टेंट है जी, सब तो पहला तो जी इन्हां दे संस्थापक पूछणगे। जे संस्थापक दे विच जी कई बारी नाम सिर्फ बाबा राम सिंह का ही दिता हुंदा, ठीक है, वो बाबा बालक सिंह नहीं लिखणगे। तो तुसीं याद रखना जी कि जे बाबा बालक सिंह ना होया तो आपां बाबा राम सिंह नूं प्रैफरेंस देनी, ठीक है। उस तो बाद इहदा पहला मुख केंद्र कित्थे सीगा जी, ते आ तां 2 क्वेश्चन करने ही करने ने आपां, ठीक है। उस तो बाद बस इन्ना की हैगा जी जो आपां करने हैं, तुसीं इन्ने नूं लिखो जी। आपां जी 3 लहरां पढ़ चुके हैं, हुण आपां करदे हां जी अपनी चौथी लहर, जिसका नाम है जी ਸਿੰਘ ਸਭਾ। ਇਹ ਮੁੱਖ ਲਹਿਰ ਹੈ ਜੀ ਆਪਣੀ ਪੰਜਾਬ ਦੀ। 1849 ਨੂੰ ਜੀ ਜਿੱਦਾਂ ਹੀ ਬਰਤਾਨਵੀ ਸਰਕਾਰ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਜੀ, ਤਾਂ ਪੰਜਾਬ ਜੋ ਬਰਤਾਨਵੀ ਸਰਕਾਰ ਸੀਗੀ ਜੀ, ਉਹਨਾਂ ਨੇ ਉਦੋਂ ਤੋਂ ਹੀ ਸਿੱਖਾਂ ਦੇ ਧਰਮ ਨੂੰ ਬਦਲਣਾ ਸ਼ੁਰੂ ਕਰਤਾ ਸੀ। ਸਿੱਖਾਂ ਦੇ ਧਰਮ ਨੂੰ ਜਦੋਂ ਹੀ ਬਦਲਣਾ ਸ਼ੁਰੂ ਕੀਤਾ ਜੀ, ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜੀ 1853 ਦੇ ਵਿੱਚ ਜੋ ਮਹਾਰਾਜਾ ਦਲੀਪ ਸਿੰਘ ਸੀਗਾ ਜੀ, ਉਹਦਾ ਧਰਮ ਬਦਲਿਆ ਜੀ। ਉਹਦਾ ਧਰਮ ਬਦਲਣ ਤੋਂ ਬਾਅਦ ਜੀ, ਉਸ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ, ਅੰਗਰੇਜ਼ਾਂ ਨੇ ਅੰਮ੍ਰਿਤਸਰ ਮਿਸ਼ਨ ਸਕੂਲ ਸੀਗਾ ਜੀ, ਉਹਦੇ 4 ਵਿਦਿਆਰਥੀ ਸੀਗੇ ਜੀ, ਆਇਆ ਸਿੰਘ, ਅਤਰ ਸਿੰਘ ਤੇ ਇੱਕ ਸੀਗਾ ਜੀ ਆਪਣੇ ਸੰਤੋਖ ਸਿੰਘ ਤੇ ਸਾਧੂ ਸਿੰਘ ਜੀ। ਇਹਨਾਂ ਚਾਰੇ ਬੰਦਿਆਂ ਦਾ ਜੀ ਕੀ ਕੀਤਾ, ਇਹਨਾਂ ਨੇ ਧਰਮ ਬਦਲਾਤਾ ਜੀ। ਜਿੱਦਾਂ ਇਹਨਾਂ ਨੇ ਧਰਮ ਬਦਲਵਾਇਆ ਜੀ ਇਹਨਾਂ ਦਾ, ਤਾਂ ਜੋ ਸਿੱਖ ਸੀਗੇ ਜੀ ਇਹ ਉੱਠ ਖੜੀ, ਇਹ ਕਹਿੰਦੇ ਇਦਾਂ ਤਾਂ ਸਾਰਿਆਂ ਦੇ ਬਦਲਵਾ ਦੇਣਗੇ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤਾਂ ਇਹਨਾਂ ਨੇ ਕੀ ਕੀਤਾ ਜੀ, ਸਿੱਖਾਂ ਨੇ 30 ਜੁਲਾਈ 1873 ਵਿੱਚ ਜੀ ਸਿੰਘ ਸਭਾ ਦੀ ਨੀਂਹ ਰੱਖੀ। ਜੋ ਵੀ ਮੇਨ ਬੰਦੇ ਸੀ ਜੀ ਅੰਮ੍ਰਿਤਸਰ ਆਏ, ਇਕੱਠੇ ਹੋਏ ਤੇ 30 ਜੁਲਾਈ 1873 ਦੇ ਵਿੱਚ ਜੀ ਇਹਦੀ ਨੀਂਹ ਰੱਖਦੀ ਸਿੰਘ ਸਭਾ ਲਹਿਰ ਦੀ ਜੀ, ਠੀਕ ਹੈ। ਜਿੱਦਾਂ ਇਹ ਬਣੀ ਜੀ, ਉਸ ਤੋਂ ਬਾਅਦ ਇਹਨਾਂ ਨੇ ਕੰਮ ਸ਼ੁਰੂ ਕੀਤਾ ਜੀ ਕਿ 1 ਅਕਤੂਬਰ 1873 ਵਿੱਚ ਪਹਿਲੀ ਬੈਠਕ ਹੋਈ ਜੀ ਇਹਦੀ। ਪਹਿਲੀ ਬੈਠਕ ਹੋਈ ਤਾਂ ਇਹਨਾਂ ਨੇ ਆਪਣਾ ਇੱਕ ਤਾਂ ਚੇਅਰਮੈਨ ਨਿਯੁਕਤ ਕੀਤਾ ਜੀ, ਤੇ ਇੱਕ ਇਹਨਾਂ ਨੇ ਆਪਣਾ ਸੈਕਟਰੀ, ਠੀਕ ਹੈ। ਜੋ ਇਹਨਾਂ ਨੇ ਆਪਣਾ ਚੇਅਰਮੈਨ ਬਣਾਇਆ ਹੈਗਾ ਜੀ, ਚੇਅਰਮੈਨ ਸੀਗਾ ਜੀ ਇਹਨਾਂ ਦਾ ਸਰਦਾਰ ਠਾਕੁਰ ਸਿੰਘ ਸੰਧਾਵਾਲੀ, ਤੇ ਜੋ ਸਕੱਤਰ ਸੀਗਾ ਜੀ, ਸੈਕਟਰੀ ਸੀਗਾ ਜੀ, ਇਹਦਾ ਨਾਮ ਸੀਗਾ ਜੀ ਗਿਆਨੀ ਗਿਆਨ ਸਿੰਘ ਜੀ। ਤਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਜੀ 1873 ਦੇ ਵਿੱਚ, ਤੇ ਵੱਖ-ਵੱਖ ਥਾਵਾਂ ਦੇ ਉੱਤੇ ਜੀ ਏਦਾਂ ਦੇ ਸੰਗਠਨ ਬਣਦੇ ਤੁਰ ਗਏ ਜੀ। ਜੋ ਸਭ ਤੋਂ ਮੇਨ ਸੰਗਠਨ ਕਹਿਲਾਉਂਦਾ ਜੀ, ਉਹ ਸੀਗਾ ਜੀ ਨਵੰਬਰ 1889 ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਨੇ ਲਾਹੌਰ ਵਿਖੇ ਸਿੰਘ ਸਭਾ ਬਣਾ ਲਈ ਜੀ। ਜੋ ਪ੍ਰੋਫੈਸਰ ਗੁਰਮੁਖ ਸਿੰਘ ਸੀਗਾ ਜੀ, ਇਹਨੇ ਨਵੰਬਰ 1879 ਦੇ ਵਿੱਚ ਸਿੰਘ ਸਭਾ ਲਾਹੌਰ ਦੇ ਵਿੱਚ ਕਾਇਮ ਕਰ ਲਈ ਜੀ। ਇਹ ਕੁਐਸਚਨ ਇੰਪੋਰਟੈਂਟ ਹੈ ਜੀ, ਇਹ ਪੁੱਛਿਆ ਜਾਂਦਾ। ਤਾਂ ਇਹਨੇ ਕੀ ਕੀਤਾ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਜੋ ਅੰਮ੍ਰਿਤਸਰ ਵਾਲੀ ਜੀ ਜੋ ਅੰਮ੍ਰਿਤਸਰ ਦੇ ਵਿੱਚ ਹੀ ਸਿੰਘ ਸਭਾ ਸੀਗੀ ਜੀ, ਇਸ ਨੂੰ ਜੀ ਉਸੇ ਨਾਲ ਹੀ ਜੋੜਤਾ ਜੀ, ਠੀਕ ਹੈ ਜੀ।
ਇਹ ਅੰਮ੍ਰਿਤਸਰ ਦੇ ਵਿੱਚ ਹੋਈ ਸੀਗੀ ਇਹਨਾਂ ਦੀ ਪਹਿਲੀ ਬੈਠਕ ਜੀ, ਜੋ ਅਕਾਲ ਤਖਤ ਦੇ ਸਾਹਮਣੇ ਹੋਈ ਸੀਗੀ। ਠੀਕ ਹੈ, ਤਾਂ ਸਿੰਘ ਸਭਾ ਬਣਾ ਲਈ ਜੀ ਇਹਨਾਂ ਨੇ, ਪ੍ਰੋਫੈਸਰ ਗੁਰਮੁਖ ਸਿੰਘ ਨੇ, ਤੇ ਇਹਨਾਂ ਨੂੰ ਜੋ ਅੰਮ੍ਰਿਤਸਰ ਵਾਲੀ ਸੀਗੀ ਜੀ ਆਪਣੀ ਸਿੰਘ ਸਭਾ, ਉਹਦੇ ਨਾਲ ਹੀ ਜੋੜ ਕੇ ਰੱਖਤਾ ਜੀ। ਤਾਂ ਇਹਨਾਂ ਨੇ ਜੀ ਆਪਦੇ ਮੰਤਵ ਕੁਝ ਸੋਚੇ ਜੀ, ਕੁਝ ਇਹਨਾਂ ਦੇ ਟੀਚੇ ਸੀਗੇ ਜੋ ਇਹਨਾਂ ਨੇ ਲਾਏ। ਠੀਕ ਹੈ ਜੀ, ਉਹਨਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਤਾਂ ਉਸ ਤੋਂ ਬਾਅਦ ਜੀ ਇੱਕ ਵਾਰੀ ਕੀ ਹੋਇਆ, ਇਹਨਾਂ ਨੇ ਅਪ੍ਰੈਲ 1883 ਵਿੱਚ ਸਿੰਘ ਸਭਾ ਦਾ ਨਾਮ ਖਾਲਸਾ ਦੀਵਾਨ ਰੱਖ ਦਿੱਤਾ। ਇਹ SI ਦੇ ਵਿੱਚ ਆਇਆ ਜੀ ਕੁਐਸਚਨ 2021 ਦੇ ਵਿੱਚ। 1883 ਦੇ ਵਿੱਚ ਜੀ ਜਦੋਂ ਹੀ ਬੈਠਕ ਬੁਲਾਈ ਸੀਗੀ ਤਾਂ ਉੱਥੇ ਇਹਦਾ ਨਾਮ ਜੀ ਖਾਲਸਾ ਦੀਵਾਨ ਰੱਖਤਾ ਸੀ। ਇਹ ਡਿਟੋ ਕੁਐਸਚਨ ਇਦਾਂ ਹੀ ਪੁੱਛਿਆ ਗਿਆ ਸੀਗਾ ਜੀ ਕਿ ਜੋ ਸਿੰਘ ਸਭਾ ਦਾ ਨਾਮ ਖਾਲਸਾ ਦੀਵਾਨ ਕਿਸ ਸੰਨ ਦੇ ਵਿੱਚ ਰੱਖਿਆ ਗਿਆ ਸੀਗਾ। ਤਾਂ 1883। ਇੱਕ ਬੁੱਕ ਹੈ ਜੀ ਉਹਦੇ ਵਿੱਚ 1880 ਲਿਖਿਆ ਹੋਇਆ ਸੀਗਾ ਜੀ, ਪੱਕਾ ਦਾ ਪਤਾ ਨਹੀਂ ਕੀ ਹੈਗਾ ਜੀ, ਪਰ ਜੋ ਪੰਜਾਬ ਗੌਰਮੈਂਟ ਹੈ ਜੀ, ਜੇ SI ਦੇ ਉਹਦਾ ਪੇਪਰ ਦਾ ਲਾਈਏ ਤਾਂ ਉਹਨਾਂ ਨੇ ਆਨਸਰ ਜੀ ਅਪ੍ਰੈਲ 1883 ਹੀ ਦਿੱਤਾ ਸੀਗਾ ਜੀ। ਤਾਂ ਇਸੇ ਕਰਕੇ 1883 ਲਿਖਾਇਆ ਜੀ। ਮੈਂ ਤੁਹਾਨੂੰ ਕਈ ਬੁੱਕਾਂ ਦੇ ਵਿੱਚ 1880 ਵੀ ਲਿਖਿਆ ਹੋਇਆ ਸੀ। ਤਾਂ ਕੀ ਹੋਇਆ ਜੀ, ਉਸ ਤੋਂ ਬਾਅਦ ਇਹ ਕੰਮ ਕਰੀ ਜਾਂਦੀ ਸੀ ਵਧੀਆ ਜੀ। ਤਾਂ ਇਹਨਾਂ ਦੇ ਵਿੱਚ ਜੀ ਇੱਕ ਮਤਭੇਦ ਹੈਗਾ ਥੋੜਾ ਜਿਹਾ। ਇਹ ਕਹਿੰਦੇ ਵੀ ਜੋ ਸਿੰਘ ਸਭਾ ਹੈਗੀ ਹੈ ਇਹ ਹਿੰਦੂ ਦੀ ਸਭਾ ਹੈਗੀ ਹੈ, ਮਤਲਬ ਹਿੰਦੂ ਲਹਿਰ ਹੈ, ਜੇ ਇੱਕ ਸਿੱਖ ਲਹਿਰ ਹੈਗੀ। ਠੀਕ ਹੈ, ਵੀ ਕਿਹਨਾਂ ਤੋਂ ਬਣੀ ਹੈਗੀ ਹੈ। ਤਾਂ ਇਸੇ ਦੇ ਕਾਰਨ ਹੀ ਜੀ ਇਹ ਲਹਿਰ ਦਾ ਕੀ ਸੀਗਾ ਜੀ, ਇਹ ਲਹਿਰ ਟੁੱਟ ਗਈ। ਠੀਕ ਹੈ, ਟੁੱਟਣ ਤੋਂ ਬਾਅਦ ਜੀ ਦੋ ਹਿੱਸੇ ਬਣ ਗਏ। ਇੱਕ ਤਾਂ ਸੀਗੇ ਜਿਹੜੇ ਹਿੰਦੂਆਂ ਨੂੰ ਮੰਨਦੇ ਸੀਗੇ, ਜਿਹੜੇ ਨੇ ਐ ਸਮਝਿਆ ਐਂ ਕਿਹਾ ਵੀ ਜੋ ਸਿੰਘ ਸਭਾ ਜੀ ਇਹ ਹਿੰਦੂਆਂ ਦੀ ਹੈਗੀ, ਤੇ ਇੱਕ ਸੀਗੇ ਉਹ ਜੀ ਜਿਨ੍ਹਾਂ ਨੇ ਕਿਹਾ ਕਿ ਜੋ ਸਿੰਘ ਸਭਾ ਹੈਗੀ ਸਿੱਖਾਂ ਦੀ ਜੀ। ਜੋ ਸਿੱਖਾਂ ਦੀ ਸੀਗੀ, ਜੋ ਕਹਿੰਦੇ ਸੀਗੇ ਵੀ ਸਿੱਖਾਂ ਦੀ ਹੈਗੀ ਜੀ ਇਹ ਸਿੰਘ ਸਭਾ, ਤਾਂ ਉਹਨਾਂ ਵਿੱਚ ਦੋ ਬੰਦੇ ਸੀਗੇ ਜੀ। ਇੱਕ ਤਾਂ ਸੀਗੇ ਜੀ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਭਾਈ ਦਿੱਤ ਸਿੰਘ ਜੀ ਨੇ ਸਿੰਘ ਸਭਾ ਸਿੱਖਾਂ ਦਾ ਕਿਹਾ ਸੀ। ਤਾਂ ਇਹ ਗੱਲ ਸੀਗੀ 1886 ਦੇ ਵਿੱਚ ਜਦੋਂ ਇਹਨਾਂ ਦੇ ਰੌਲਾ ਪਿਆ। ਤਾਂ ਉਸ ਤੋਂ ਬਾਅਦ ਜੀ ਕੀ ਹੋਇਆ, ਜੋ ਵੀ ਮੈਂਬਰ ਸੀ ਜੀ, ਤਾਂ ਮੈਂਬਰ ਜੀ ਆਰਿਆ ਸਮਾਜ ਕੰਨੀ ਜਾਣ ਲੱਗ ਗਏ। ਠੀਕ ਹੈ, ਜਦੋਂ ਟੁੱਟੇ ਜੀ ਇਹ ਤਾਂ ਕੁਝ ਮੈਂਬਰ ਆਰਿਆ ਸਮਾਜ ਕੰਨੀ ਜਾਣ ਲੱਗ ਗਏ ਜੀ। ਉਹਦਾ ਜ਼ਿਆਦਾ ਜੋ ਮਤਲਬ ਕਿ ਆਰਿਆ ਸਮਾਜ ਜੀ ਜ਼ਿਆਦਾ ਚੱਲਣ ਲੱਗ ਗਿਆ ਜੀ ਪੰਜਾਬ ਦੇ ਵਿੱਚ। ਤਾਂ ਇਹਨਾਂ ਨੇ ਸੋਚਿਆ ਵੀ ਸਾਡੇ ਤਾਂ ਫਿਰ ਸਿੰਘ ਸਭਾ ਡੁੱਬ ਹੀ ਜਾਣੀ ਹੈ ਜੇ ਏਦਾਂ ਹੀ ਰਿਹਾ। ਤਾਂ ਇਹਨਾਂ ਨੇ ਦੁਬਾਰਤੀ ਤੋਂ ਫੇਰ ਜੀ ਕੀ ਕੀਤਾ, ਦੋਵੇਂ ਇਕੱਠੀਆਂ ਹੋਈਆਂ ਜੀ ਇਹ, ਜੋ ਕਿ ਅਲੱਗ-ਅਲੱਗ ਹੋਈਆਂ ਸੀਗੀਆਂ ਜੀ। ਠੀਕ ਹੈ, ਜੋ ਹਿੰਦੂ ਤੇ ਸਿੱਖਾਂ ਕਰਕੇ ਅਲੱਗ ਹੋਈ ਸੀਗੀ ਮਤਭੇਦ ਕਾਰਨ। ਤਾਂ ਇਹਨਾਂ ਨੇ ਜੀ ਕੀ ਕੀਤਾ, 1892 ਦੇ ਵਿੱਚ ਇਕੱਠਿਆਂ ਹੋ ਕੇ ਜੀ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੀ ਸਥਾਪਨਾ ਕਰਤੀ ਜੀ। ਤਾਂ ਖਾਲਸਾ ਕਾਲਜ ਦੀ ਸਥਾਪਨਾ ਪੁੱਛੀ ਜਾਂਦੀ ਹੈ ਜੀ ਅੰਮ੍ਰਿਤਸਰ ਦੇ ਵਿੱਚ ਜੀ ਕਦੋਂ ਕੀਤੀ ਹੈ। ਤਾਂ ਇਹ ਸਿੰਘ ਸਭਾ ਲਹਿਰ ਸੀ ਜੀ ਜੋ ਉਹਨਾਂ ਦੁਆਰਾ ਕੀਤੀ ਗਈ ਸੀਗੀ 1892 ਦੇ ਵਿੱਚ। ਉਸ ਤੋਂ ਬਾਅਦ ਜੀ 1898 ਦੇ ਵਿੱਚ ਜੋ ਪ੍ਰੋਫੈਸਰ ਗੁਰਮੁਖ ਸਿੰਘ ਸੀਗੇ ਜੀ, ਇਹਨਾਂ ਦੀ ਡੈਥ ਹੋ ਗਈ। ਤੇ ਉਸ ਤੋਂ ਬਾਅਦ ਹੀ ਜੀ ਭਾਈ ਦਿੱਤ ਸਿੰਘ ਜੀ ਦੀ ਡੈਥ ਹੋ ਗਈ ਸੀ 1901 ਦੇ ਵਿੱਚ। ਉਸ ਤੋਂ ਬਾਅਦ ਜੀ ਫੇਰ ਉੱਠੇ। ਠੀਕ ਹੈ ਜੀ, ਕਿਉਂਕਿ ਇਹੀ ਮੇਨ ਇਹਨਾਂ ਦੇ ਬੰਦੇ ਸੀਗੇ ਜੀ। ਉਸ ਤੋਂ ਬਾਅਦ ਜੀ ਦੁਬਾਰਾ ਤੋਂ ਇਹ ਫੇਰ ਉੱਠੇ ਜੀ। ਜਦੋਂ ਉੱਠਣ ਤੋਂ ਬਾਅਦ ਜੀ ਇਹਨਾਂ ਨੇ ਆਪਦਾ ਫੇਰ ਇਹਨਾਂ ਨੇ ਪਹਿਲਾ ਸੈਸ਼ਨ ਸ਼ੁਰੂ ਕੀਤਾ ਜੀ। ਜਦੋਂ ਇਹਨਾਂ ਨੇ ਪਹਿਲਾ ਸੈਸ਼ਨ ਸ਼ੁਰੂ ਕੀਤਾ ਜੀ ਤਾਂ ਉਹਦੇ ਵਿੱਚ ਜੀ ਦੁਬਾਰਾ ਤੋਂ 1902 ਦੇ ਵਿੱਚ ਜੀ ਚੇਅਰਮੈਨ ਨਿਯੁਕਤ ਕੀਤਾ ਜੀ
ਚੇਅਰਮੈਨ ਬਣਾਇਆ ਜੀ, ਤੇ ਇੱਕ ਇਹਨਾਂ ਨੇ ਬਣਾਇਆ ਸੈਕਟਰੀ। ਚੇਅਰਮੈਨ ਸੀਗਾ ਜੀ ਅਰਜਨ ਸਿੰਘ, ਜੋ ਸੈਕਟਰੀ ਸੀਗਾ ਜੀ ਇਹਦਾ ਨਾਮ ਸੀਗਾ ਜੀ ਸੁੰਦਰ ਸਿੰਘ ਮਜੀਠੀਆ। ਤਾਂ ਇਹਨਾਂ ਨੇ ਜੀ ਕੰਮ ਚੱਲੀ ਗਿਆ ਜੀ 10 ਸਾਲ ਤੱਕ ਇਹਨਾਂ ਨੇ ਵਧੀਆ ਕੰਮ ਕੀਤਾ, ਤੇ ਉਸ ਤੋਂ ਬਾਅਦ ਜੀ ਇਹ ਵੀ ਸਰਕਾਰ ਦੀ ਹਮਾਇਤੀ ਹੋਣ ਲੱਗ ਗਈ ਸੀਗੀ। ਤੁਹਾਨੂੰ ਪਤਾ ਕਿ ਜੀ 1902 ਦਾ ਜਿਹੜਾ ਟਾਈਮ ਸੀਗਾ ਜੀ, ਉਦੋਂ ਬਰਤਾਨਵੀ ਸਰਕਾਰ ਦੀ ਆਪਣੇ ਤੇ ਹੁਕਮ ਸੀਗਾ, ਠੀਕ ਹੈ। ਤਾਂ ਜੋ ਸਿੰਘ ਸਭਾ ਸੀਗੀ ਜੀ ਇਹ ਵੀ ਉਹਨਾਂ ਦੀ ਹਮਾਇਤੀ ਹੋਣ ਲੱਗ ਗਈ। ਤਾਂ ਜੋ ਲੋਕ ਸੀਗੇ ਜੀ ਇਹਨਾਂ ਤੋਂ ਥੋੜੇ ਪਾਸੇ ਹਟਣ ਲੱਗ ਗਏ, ਕਹਿੰਦੇ ਯਾਰ ਇਹ ਵੀ ਬੰਦੇ ਉਹਨਾਂ ਦੇ ਵਾਂਗੂ ਹੀ ਸੋਚਣ ਲੱਗ ਗਏ, ਆਪਣੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰੀ ਜਾਂਦੇ ਹੈਗੇ ਧਰਮ ਬਾਰੇ, ਤਾਂ ਆਪਣੇ ਛੱਡੋ ਇਹਨਾਂ ਦਾ। ਤਾਂ ਇਹਨਾਂ ਤੋਂ ਹੀ ਪਿੱਛੇ ਹਟਣ ਲੱਗ ਗਏ ਸੀ। ਉਸ ਤੋਂ ਬਾਅਦ 1914 ਦੇ ਵਿੱਚ ਜੀ ਕਾਮਾਗਾਟਾ ਮਾਰੂ ਦੀ ਘਟਨਾ ਹੋਈ ਜੀ। ਘਟਨਾ ਹੋਈ ਜੀ। ਕਾਮਾਗਾਟਾ ਮਾਰੂ ਜੋ ਸੀਗਾ ਜੀ ਇੱਕ ਜਹਾਜ਼ ਸੀਗਾ ਜੀ ਇਹ, ਜੋ ਭਾਈ ਗੁਰਦਿੱਤ ਸਿੰਘ ਜੀ ਨੇ ਜੀ ਜਾਪਾਨ ਤੋਂ ਕਿਰਾਏ ਤੇ ਲੈਤਾ ਸੀਗਾ। ਉਹਨਾਂ ਨੇ ਕੀ ਕੀਤਾ ਸੀ ਭਾਈ ਗੁਰਦਿੱਤ ਸਿੰਘ ਜੀ ਨੇ, ਉਹਨਾਂ ਨੇ ਹਾਂਗਕਾਂਗ ਦੇ ਵਿੱਚ ਜੋ ਭਾਰਤੀ ਰਹਿ ਰਹੇ ਸੀਗੇ ਜੀ ਉਹਨਾਂ ਨੂੰ ਕਨਾਡਾ ਲੈ ਕੇ ਜਾ ਰਹੇ ਸੀਗੇ। ਤਾਂ ਉਹਨਾਂ ਨੇ ਹਾਂਗਕਾਂਗ ਤੋਂ ਜੀ ਜਹਾਜ਼ ਵਿੱਚ ਬੰਦੇ ਬਿਠਾਏ, ਟੋਟਲ ਸੀਗੇ 376, ਜਿਨ੍ਹਾਂ ਦੇ ਵਿੱਚ ਹਿੰਦੂ ਸੀਗੇ ਜੀ, ਮੁਸਲਮਾਨ ਸੀਗੇ ਤੇ ਸਿੱਖ ਸੀਗੇ। ਸਾਰਿਆਂ ਨਾਲੋਂ ਜ਼ਿਆਦਾ ਸਿੱਖ ਸੀ ਉਹਦੇ 'ਚ ਜੀ, ਕਰੀਬ 340 ਦੇ ਘਰਾਂ 'ਚ ਜੀ। ਤੇ ਇਹਨਾਂ ਨੇ ਜੀ ਲੈ ਕੇ ਜਾ ਰਹੇ ਸੀਗੇ। ਤਾਂ ਕਨਾਡਾ ਦੇ ਵਿੱਚ ਜੀ ਜਦੋਂ ਜਹਾਜ਼ ਦੇ ਵਿੱਚ ਬੰਦੇ ਉਤਰਨ ਲੱਗੇ ਤਾਂ ਕੀ ਹੋਇਆ ਜੀ, ਕੈਨੇਡਾ ਦੀ ਸਰਕਾਰ ਨੇ ਉਹਨਾਂ ਨੂੰ ਉਤਰ ਨਹੀਂ ਦਿੱਤਾ ਜੀ। ਸਿਰਫ 22 ਬੰਦਿਆਂ ਨੂੰ ਹੀ ਉਹਦੇ ਤੇ ਉਤਰਨ ਦਿੱਤਾ ਗਿਆ ਜੀ, ਜਿਨ੍ਹਾਂ ਕੋਲ ਕੀ ਉੱਥੋਂ ਦਾ ਰੈਜ਼ੀਡੈਂਸ ਸੀਗਾ ਜੀ, ਠੀਕ ਹੈ ਜੀ, ਜਿਹੜੇ ਕਿ ਇਹ ਸਾਬਿਤ ਕਰ ਸਕੇ ਵੀ ਹਾਂ ਅਸੀਂ ਇੱਥੋਂ ਦੇ ਹੀ ਨਾਗਰਿਕ ਹੈਗੇ ਆ, ਤਾਂ ਸਾਨੂੰ ਇੱਥੇ ਆਉਣ ਦਿੱਤਾ ਜਾਵੇ। ਹੋਰਾਂ ਨੂੰ ਉਹਨਾਂ ਨੇ ਮੋੜਤਾ ਸੀਗਾ ਜੀ। ਉਸ ਤੋਂ ਬਾਅਦ ਜੀ ਕੀ ਹੋਇਆ, ਜਦੋਂ ਇਹ ਵਾਪਸ ਭਾਰਤ ਦੇ ਵਿੱਚ ਆਏ ਸੀਗੇ ਜੀ, ਤਾਂ ਭਾਰਤ ਦੇ ਵਿੱਚ ਵੀ ਜੀ ਆ ਕੇ ਬ੍ਰਿਟੇਨ ਨੇ ਜੋ ਬਰਤਾਨਵੀ ਸਰਕਾਰ ਸੀ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਜਹਾਜ਼ ਨੂੰ ਆਪਦੇ ਕਬਜ਼ੇ 'ਚ ਲੈਤਾ। ਕਬਜ਼ੇ ਵਿੱਚ ਲੈਣ ਤੋਂ ਬਾਅਦ ਜੋ ਵੀ ਬੰਦੇ ਉਹਦੇ 'ਚ ਉਤਰੇ ਜੀ, ਠੀਕ ਹੈ ਜੀ, ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਗੱਡੀਆਂ ਦੇ ਉੱਤੇ ਆਪਦੇ ਚਲੇ ਜਾਓ, ਠੀਕ ਹੈ, ਕੋਈ ਅਸੀਂ ਤੁਹਾਡੇ ਲਈ ਕਰਦੇ ਨਹੀਂ, ਠੀਕ ਹੈ ਜੀ, ਹੀਲਾ ਨਹੀਂ ਕਰਦੇ। ਤਾਂ ਉਹ ਸੀਗੇ ਜੀ ਉਹਨਾਂ ਦੇ ਵਿੱਚ ਰੋਸ ਭਰਿਆ ਹੋਇਆ ਸੀਗਾ ਜੀ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਉੱਤੇ ਚੱਕਿਆ ਜੀ, ਤਾਂ ਜੀ ਉਹ ਪੈਦਲ ਹੀ ਚੱਲ ਪਏ ਸੀਗੇ। ਉਹ ਕਹਿੰਦੇ ਸੀ ਕਲਕੱਤਾ ਜਾਵਾਂਗੇ ਪਹਿਲਾਂ, ਅਸੀਂ ਬਾਅਦ ਦੇ ਵਿੱਚ ਅੱਗੇ ਜਾਵਾਂਗੇ। ਕਲਕੱਤਾ ਜਾ ਰਹੇ ਸੀਗੇ ਜੀ ਉਹ। ਤਾਂ ਕਲਕੱਤਾ ਜਾਂਦੇ ਹੋਏ ਜੀ ਰਾਹ ਦੇ ਵਿੱਚ ਬਰਤਾਨਵੀ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾਤੀਆਂ ਸੀਗੀਆਂ ਜੀ। ਤਾਂ ਇਹ ਘਟਨਾ ਸੀ ਜੀ ਕਾਮਾਗਾਟਾ ਮਾਰੂ ਦੀ। ਤਾਂ ਇਹਦੇ ਤੋਂ ਜੀ ਨਿਰਾਸ਼ ਹੋਏ ਕਿ ਸਿੰਘ ਸਭਾ ਨੇ ਇਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ। ਉਸ ਤੋਂ ਬਾਅਦ ਜੀ ਕੀ ਹੋਇਆ, 1919 ਦੇ ਵਿੱਚ ਜੀ ਇਹਨਾਂ ਨੇ ਸਿੱਖ ਲੀਗ ਬਣਾਈ ਜੀ। ਸਿੱਖ ਲੀਗ ਬਣਾ ਲਈ ਜੀ। ਤੇ ਨਾਲ ਹੀ ਇਹ ਕਿਉਂ ਬਣਾਈ ਸੀਗੀ ਇਹਨਾਂ ਨੇ ਸਿੱਖ ਲੀਗ, ਵੀ ਅਸੀਂ ਵੀ ਰਾਜਨੀਤੀ ਵਿੱਚ ਉਤਰਾਂਗੇ, ਠੀਕ ਹੈ ਜੀ। ਤੁਹਾਨੂੰ ਪਤਾ ਹੀ ਮੁਸਲਿਮ ਲੀਗ ਵਗੈਰਾ ਜਿਵੇਂ ਬਣੀ ਹੈ ਜੀ, ਤਾਂ ਸੇਮ ਹੀ ਸਿੱਖ ਲੀਗ ਵੀ ਬਣਾਈ ਗਈ ਜੀ। ਤਾਂ ਇਹਨਾਂ ਨੇ ਜੀ ਅਕਾਲੀ ਅਖਬਾਰ ਜਾਰੀ ਕੀਤਾ ਸੀ ਜੀ। ਇਹ ਯਾਦ ਰੱਖਿਓ ਜੀ ਕਿ ਜੋ ਅਕਾਲੀ ਅਖਬਾਰ ਹੈ ਜੀ ਇਹ ਕਿਹਨਾਂ ਨੇ ਜਾਰੀ ਕੀਤਾ ਹੈ। ਤਾਂ ਹਾਲੇ ਸਿੱਖ ਲੀਗ ਬਣੀ ਹੀ ਸੀਗੀ ਕਿ 1919 ਦੇ ਵਿੱਚ ਤੁਹਾਨੂੰ ਪਤਾ ਜੀ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਜੀ। ਜਦੋਂ ਇਹ ਹੱਤਿਆਕਾਂਡ ਹੋਇਆ ਤਾਂ ਸਿੰਘ ਸਭਾ ਵੀ ਜੀ ਮਜਬੂਰ ਹੋ ਗਈ ਸੀਗੀ, ਅਰਥਹੀਨ ਹੋ ਗਈ ਸੀਗੀ, ਕਿਸੇ ਨੇ ਕੋਈ ਐਕਸ਼ਨ ਨਹੀਂ ਲੈਤਾ ਜੀ। ਸਿੰਘ ਸਭਾ ਤੋਂ ਬਾਅਦ ਆਈ ਸੀਗੀ ਜੀ ਗੁਰਦੁਆਰਾ ਸੁਧਾਰ ਲਹਿਰ। ਤਾਂ ਇਹਦੇ ਬਾਰੇ ਇੰਨੇ ਹੀ ਹੈ ਜੀ ਸਿੰਘ ਸਭਾ ਬਾਰੇ, ਜੋ ਕਿ ਆਪਾਂ ਇਹਨਾਂ ਬਾਰੇ ਪੁਆਇੰਟ ਯਾਦ ਰੱਖਣੇ ਉਹ ਮੈਂ ਤੁਹਾਨੂੰ ਦੱਸਤੇ ਜੀ, ਇੰਪੋਰਟੈਂਟ ਵੀ ਦੱਸਤੇ, ਜਿਹੜੇ ਕੁਐਸਚਨ ਆਏ ਹੋਏ ਨੇ ਉਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਠੀਕ ਹੈ ਜੀ। ਤਾਂ ਅੱਜ ਲਈ ਇੰਨਾ ਬਹੁਤ ਹੈ ਜੀ ਆਪਾਂ ਨੂੰ। ਆਪਾਂ ਉਸ ਤੋਂ ਬਾਅਦ ਜੀ ਕੱਲ ਨੂੰ ਪੜਾਂਗੇ ਆਪਾਂ ਜੀ ਗੁਰਦੁਆਰਾ ਸੁਧਾਰ ਲਹਿਰਾਂ, ਤੇ ਕੱਲ ਨੂੰ ਆਪਾਂ ਜਲਿਆਂਵਾਲੇ ਬਾਗ ਬਾਰੇ ਵੀ ਪੜ੍ਹ ਲਾਂਗੇ। ਤਾਂ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਜੀ ਤਾਂ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਜੀ, ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।